ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰਨ ਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਨ ਹਿਰਦੈ ਨਿਤ ਧਿਆਨ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਗੁਰ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾ ਬਾਉਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਇੱਕ ਖੋਦੈ ਇੱਕ ਮ੍ਰਿਤਕਾ ਭਰੈ
ਇੱਕ ਉਠਾਏ ਕਰ ਬਾਹਰ ਕਰੈ, ਇੱਕ ਆਵੇਂ ਇੱਕ ਲੈ ਲੈ ਜਾਹੇ, ਖਣੇ ਮਜੂਰ ਸਿੱਖਿਆ ਬਹੁ ਮਾਹੇ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਹਰਾ ਜ਼ਹੂਰ ਸਤਿਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੁਕਤੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਖੋਤਾ ਇੱਕ ਮ੍ਰਿਤਕਾ ਭਰੈ, ਇੱਕ ਉਠਾਏ ਕਰ ਬਾਹਰ ਕਰੈ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕੇ ਲਿਖ ਰਹੇ ਨੇ ਕਿ ਧੰਨ ਗੁਰੂ ਰਾਮਦਾਸ ਜੀ ਨੇ ਗੁਰੂ ਦਾ ਚੱਕ ਨਗਰ ਵਸਾਇਆ ਹੈ। ਕੁਝ ਘਰ ਰਹਿਣ ਵਾਸਤੇ ਤਿਆਰ ਕੀਤੇ ਨੇ, ਕੁਝ ਹੋਰ ਲੋਕ ਆ ਕੇ ਉੱਥੇ ਤਿਆਰ ਕਰਨ ਲੱਗ ਗਏ ਨੇ। ਔਰ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੁਕਮ ਕੀਤਾ ਸੀ ਕਿ ਘਰ ਬਣਾਉਣ ਤੋਂ ਬਾਅਦ ਇੱਕ ਸਰੋਵਰ ਬਣਾਉਣਾ ਹੈ, ਉਸ ਸਰੋਵਰ ਦੀ ਨਿਸ਼ਾਨਦੇਹੀ ਕੀਤੀ ਗਈ। ਟੱਕ ਲਾਉਣ ਤੋਂ ਬਾਅਦ ਸਰੋਵਰ ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਹੋਈ ਹੈ। ਕਵੀ ਰਾਜ ਸੰਤੋਖ ਸਿੰਘ ਜੀ ਅੱਗੇ ਲਿਖਦੇ ਨੇ ਕਿ ਇਸੇ ਤਰ੍ਹਾਂ ਬਹੁਤ ਸਾਰੇ ਮਜ਼ਦੂਰ ਲੱਗੇ ਨੇ, ਗੁਰੂ ਕੇ ਸਿੱਖ ਲੱਗੇ ਹੋਏ ਨੇ। ਇੱਕ ਖੋਤਾ ਇੱਕ ਮ੍ਰਿਤਕਾ ਭਰੈ, ਇੱਕ ਉਠਾਏ ਕਰ ਬਾਹਰ ਕਰੈ। ਕਿ ਕਈ ਮਿੱਟੀ ਨੂੰ ਪੁੱਟਦੇ ਨੇ, ਕਈ ਨੇ ਜਿਹੜੇ ਕੇਵਲ ਟੋਕਰੀਆਂ ਭਰ ਰਹੇ ਨੇ, ਔਰ ਕਈ ਟੋਕਰੀਆਂ ਭਰ ਕੇ ਦੂਰ ਜਾ ਕੇ ਬਾਹਰ ਮਿੱਟੀ ਸੁੱਟ ਰਹੇ ਨੇ। ਇੱਕ ਆਵੇਂ ਇੱਕ ਲੈ ਲੈ ਜਾਹੇ, ਖਣੇ ਮਜੂਰ ਸਿੱਖਿਆ ਬਹੁ ਮਾਹੇ। ਇੱਕ ਟੋਕਰਾ ਭਰ ਕੇ ਲੈ ਕੇ ਜਾ ਰਿਹਾ ਹੈ, ਇੱਕ ਖਾਲੀ ਕਰਕੇ ਵਾਪਸ ਆ ਰਿਹਾ ਹੈ। ਇਸੇ ਤਰ੍ਹਾਂ ਬਹੁਤ ਸਾਰੇ ਮਜ਼ਦੂਰ ਤੇ ਬਹੁਤ ਸਾਰੇ ਨਿਸਕਾਮ ਸੇਵਾ ਵਾਲੇ ਗੁਰੂ ਕੇ ਸਿੱਖ ਲੱਗੇ ਹੋਏ ਨੇ। ਇਸ ਬਿਦ ਕਰਿਓ ਆਰੰਭਣ ਤਾਲ, ਬੈਠੇ ਆਪ ਖਣੇ ਨਰ ਜਾਲ। ਕਹਿੰਦੇ ਇਸ ਤਰੀਕੇ ਨਾਲ ਸਰੋਵਰ ਦੀ ਖੁਦਾਈ ਦੀ ਜਿਹੜੀ ਪ੍ਰਾਰੰਭਤਾ ਹੋ ਗਈ। ਧੰਨ ਗੁਰੂ ਰਾਮਦਾਸ ਜੀ ਆਪ ਉਹ ਕਦੇ ਕਈ ਲੈ ਕੇ ਆਪ ਖੋਦਦੇ ਵੀ ਨੇ, ਕਦੇ ਭਰਦੇ ਵੀ ਨੇ, ਕਦੇ ਇੱਕ ਥਾਂ 'ਤੇ ਜਾ ਕੇ ਬੈਠ ਜਾਂਦੇ ਨੇ। ਜਹਾਂ ਗ੍ਰਾਮ ਸਿਰਜਿਓ ਕਰ ਪਾਏ, ਤਹਾਂ ਕਾਰ ਕਰਤੇ ਸਮੁਦਾਏ। ਜਿੱਥੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਰਹਿਣ ਵਾਸਤੇ ਘਰ ਬਣਾਏ ਨੇ, ਗੁਰੂ ਦਾ ਚੱਕ, ਉੱਧਰ ਵੀ ਬਹੁਤ ਸਾਰੇ ਲੋਕ ਆਪੋ ਆਪਣੇ ਘਰ ਬਣਾਉਣ ਵਾਸਤੇ ਵੀ ਲੱਗੇ ਨੇ। ਗੁਰੂ ਕੇ ਘਰ ਵੀ ਹੋਰ ਬਣਦੇ ਨੇ ਤੇ ਬਹੁਤ ਸਾਰੇ ਜਿਹੜੇ ਆਪੋ ਆਪਣੇ ਘਰ ਬਣਾਉਣ ਵਾਸਤੇ ਲੱਗੇ ਹੋਏ ਨੇ। ਨਿਤ ਪ੍ਰਤ ਸਗਲ ਲੋਕ ਤਿਸ ਥਾਨ, ਕਾਰ ਸੁਦਾ ਸਰ ਸਫਲ ਸੁਜਾਨ। ਔਰ ਜਿਵੇਂ ਜਿਵੇਂ ਸਿੱਖ ਸੰਗਤਾਂ ਸੁਣਦੀਆਂ ਨੇ ਕਿ ਗੁਰੂ ਦਾ ਚੱਕ ਨਗਰ ਬਣਿਆ ਹੈ, ਸਤਿਗੁਰੂ ਜੀ ਨੇ ਕੋਈ ਸਰੋਵਰ ਦੀ ਖੁਦਾਈ ਸ਼ੁਰੂ ਕੀਤੀ ਹੈ, ਸੁਣ ਕੇ ਦੂਰ ਦੂਰ ਤੋਂ ਸਿੱਖ ਆਉਂਦੇ ਨੇ। ਔਰ ਕਾਰ ਸੁਧਾਰਥ ਸਫਲ ਸੁਜਾਨ ਆ ਕੇ ਇਸ ਕਾਰ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਨੇ ਕਿ ਸਾਡੇ ਜੀਵਨ ਦੇ ਕੁਝ ਸਵਾਸ, ਕੁਝ ਘੜੀਆਂ, ਕੁਝ ਘੰਟੇ ਦਿਨ ਜਿਹੜੇ ਨੇ ਦੇਖੇ ਲੱਗ ਜਾਂਦੇ। ਕਿਤਕ ਦਿਵਸ ਮੈਂ ਹੈ ਕੇਤਕ ਕਰਿਓ, ਦਰਸ਼ਨ ਕੋ ਪੁਨ ਮਨ ਹਿਤ ਧਰਿਓ। ਕਹਿੰਦੇ ਕਈ ਦਿਨ ਸੇਵਾ ਚੱਲਦੀ ਰਹੀ, ਕੁਝ ਫੁੱਟ ਜਿਹੜਾ ਸੀ ਸਰੋਵਰ ਉਹ ਖੁਦਾਈ ਹੋ ਗਈ।
ਔਰ ਕਈ ਦਿਨ ਤੋਂ ਬਾਅਦ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਭਾਵੇਂ ਉਸ ਵੇਲੇ ਗੁਰੂ ਨਹੀਂ ਸਨ ਬਣੇ, ਪਰ ਸ਼ਬਦ ਗੁਰੂ ਵਰਤਾਂਗੇ ਗੁਰੂ ਰਾਮਦਾਸ ਜੀ, ਉਹਨਾਂ ਦੇ ਅੰਦਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨਾਂ ਦੀ ਚਾਹਤ ਪੈਦਾ ਹੋਈ ਕਿ ਗੋਬਿੰਦਵਾਲ ਸਾਹਿਬ ਜਾ ਕੇ ਇੱਕ ਵਾਰੀ ਸਤਿਗੁਰੂ ਜੀ ਦੇ ਦਰਸ਼ਨ ਕਰ ਆਈਏ। ਗੋਇੰਦ ਵਾਰ ਕੀਨ ਪ੍ਰਸਥਾਨਾ ਸ੍ਰੀ ਅਮਰਦਾਸ ਤਿਤ ਥਾਨਾ। ਕਹਿੰਦੇ ਇਹ ਜਦੋਂ ਮਨ ਦੇ ਵਿੱਚ ਲਾਲਸਾ ਪੈਦਾ ਹੋਈ, ਦਰਸ਼ਨਾਂ ਦੀ ਚਾਹਤ ਪੈਦਾ ਹੋਈ, ਧੰਨ ਗੁਰੂ ਰਾਮਦਾਸ ਜੀ ਨੇ ਗੋਬਿੰਦਵਾਲ ਸਾਹਿਬ ਨੂੰ ਪ੍ਰਸਥਾਨ ਕਰ ਦਿੱਤਾ, ਜਿੱਥੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਿਰਾਜਮਾਨ ਸਨ। ਕੇਤਕ ਲੋਕ ਬਸਾਏ ਗ੍ਰਾਮ, ਬਸਣ ਲੱਗੇ ਰਚੇ ਆਪਣੇ ਧਾਮ। ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਗੋਬਿੰਦਵਾਲ ਸਾਹਿਬ ਪਹੁੰਚ ਗਏ ਨੇ। ਇੱਧਰ ਕਈ ਲੋਕਾਂ ਨੇ ਜਿਹੜਾ ਗੁਰੂ ਦਾ ਚੱਕ ਹੈ ਇੱਥੇ ਆਪਣੇ ਘਰ ਵਸਾ ਵੀ ਲਏ, ਕਈ ਜਿਹੜੇ ਨੇ ਆਪਣੇ ਘਰ ਬਣਾਉਣ ਲੱਗੇ ਹੋਏ ਨੇ। ਤਬ ਸ੍ਰੀ ਰਾਮਦਾਸ ਚੱਲ ਗਏ, ਚਰਨ ਕਮਲ ਗੁਰ ਬੰਦਤ ਭਏ। ਕਹਿੰਦੇ ਉੱਧਰੋਂ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਗਏ, ਗੁਰੂ ਅਮਰਦਾਸ ਦੇ ਚਰਨਾਂ ਦੇ ਵਿੱਚ ਨਮਸਕਾਰ ਕੀਤੀ ਹੈ। ਸਗਰੇ ਕਾਰ ਕਰੇ ਸੋ ਬਤਾਏ, ਸਤਿਗੁਰਾਮ ਸਿਰਜੇ ਸਮੁਦਾਏ। ਔਰ ਜਿੰਨੇ ਕੋ ਕਾਰ ਸੇਵਾ ਕੀਤੀ ਉਹ ਸਾਰੇ ਦੱਸੇ ਕਿ ਸਤਿਗੁਰੂ ਜੀ ਰਹਿਣ ਵਾਸਤੇ ਘਰ ਤਿਆਰ ਹੋ ਗਏ ਨੇ। ਕੁਝ ਲੋਕ ਵੀ ਉੱਥੇ ਆ ਕੇ ਘਰ ਬਣਾ ਰਹੇ ਨੇ। ਜਿੰਨੇ ਕੋ ਸਰੋਵਰ ਤੇ ਪਟਾਈ ਹੋਈ ਉਹ ਵੀ ਧੰਨ ਗੁਰੂ ਅਮਰਦਾਸ ਜੀ ਨੂੰ ਆ ਕੇ ਦੱਸੀ ਹੈ। ਤਾਰ ਕੁਸ਼ਕ ਖਨਾਵਣ ਕੇ ਨਾਮ, ਜਥਾ ਹੁਕਮ ਰਾਵਰ ਨੇ ਦੇਣਾ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਘਰ ਤੇ ਬਣ ਗਏ ਨੇ ਤੇ ਸਰੋਵਰ ਕੁਝ ਕੁ ਖੁਦਾਈ ਹੋਈ, ਜਿਵੇਂ ਆਪ ਜੀ ਨੇ ਹੁਕਮ ਕੀਤਾ ਸੀ ਉਸ ਥਾਂ ਤੇ ਨਿਸ਼ਾਨਦੇਹੀ ਕਰਕੇ ਖੁਦਾਈ ਸਮਝ ਲਓ ਕਿ ਸ਼ੁਰੂ ਹੋਈ ਹੈ। ਸੁਣ ਸ੍ਰੀ ਅਮਰਦਾਸ ਧਰ ਧਿਆਨਾ, ਭੂਤ ਭਵਿੱਖਤ ਸਭ ਹੀ ਜਾਨਾ। ਕਹਿੰਦੇ ਇਹ ਸੁਣ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੁਝ ਸਮੇਂ ਲਈ ਅੱਖਾਂ ਬੰਦ ਕੀਤੀਆਂ, ਧਿਆਨ ਧਰਿਆ। ਜਿਹੜੇ ਸਤਿਗੁਰੂ ਜੀ ਭੂਤ ਅਤੇ ਭਵਿੱਖ ਬਾਰੇ ਸਭ ਕੁਝ ਜਾਣਦੇ ਨੇ, ਭੂਤ ਬੀਤਿਆ ਹੋਇਆ, ਭਵਿੱਖ ਆਉਣ ਵਾਲਾ ਸਮਾਂ, ਸਭ ਕੁਝ ਜਿਹੜਾ ਜਾਣਦੇ ਨੇ ਗੁਰੂ ਸਾਹਿਬ ਜੀ। ਰਹੇ ਕਿਤਕ ਦਿਨ ਗੋਬਿੰਦਵਾਲ, ਸਭ ਆਮਦ ਕੇ ਕਰਤ ਸੰਭਾਲ। ਕਹਿੰਦੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਇਸ ਤਰ੍ਹਾਂ ਦਰਸ਼ਨ ਪਰਸ਼ਨ ਕੀਤੇ, ਬਚਨ ਬਿਲਾਸ ਹੋਏ। ਕੁਝ ਦਿਨ ਗੁਰੂ ਸਾਹਿਬ ਜੀ ਗੋਬਿੰਦਵਾਲ ਸਾਹਿਬ ਵੀ ਧੰਨ ਗੁਰੂ ਅਮਰਦਾਸ ਜੀ ਦੇ ਕੋਲ ਰਹੇ। ਉੱਥੇ ਸਭ ਆਮਦ ਕੀ ਕਰਤ ਸੰਭਾਲ, ਉੱਥੇ ਜੋ ਕੁਝ ਆਮਦਨ ਆਉਂਦੀ ਸੀ ਉਹਦੀ ਸੰਭਾਲ ਵੀ ਕੀਤੀ ਕਿ ਇਹ ਆਮਦਨ, ਇਹ ਰੁਪਈਆ ਪੈਸਾ ਜਿਹੜਾ ਹੁਣ ਹੈ ਇਹ ਉਸ ਸਰੋਵਰ 'ਤੇ ਲੱਗਣਾ ਹੈ, ਸੇਵਾ ਦੇ ਵਿੱਚ ਲੱਗਣਾ ਹੈ। ਨਿਜ ਅਨੁਸਾਰ ਕਾਜ ਜੇ ਔਰ, ਕਰਤ ਭਏ ਸੋਢੇ ਸਿਰ ਮੋਰ। ਤੇ ਹੋਰ ਆਪਣੇ ਨਿਜ ਦੇ ਸੁਭਾਅ ਦੇ ਮੁਤਾਬਕ ਧੰਨ ਗੁਰੂ ਰਾਮਦਾਸ ਜੀ ਗੋਬਿੰਦਵਾਲ ਸਾਹਿਬ ਵੀ ਜਿਵੇਂ ਦੀ ਸੇਵਾ ਵੇਖਦੇ ਸਨ ਉਵੇਂ ਦੀ ਹੋਰ ਸੇਵਾ ਵੀ ਕਰਦੇ ਸਨ। ਇੱਕ ਕੰਮ ਦੇਖਿਆ, ਦੂਜਾ ਦੇਖਿਆ, ਜਿਹੜਾ ਦੇਖਿਆ ਬਸ ਉਹੀ ਕਰਦੇ ਰਹੇ। ਜਥਾ ਹੁਕਮ ਸਤਿਗੁਰੂ ਜਬ ਕਰੈ, ਤਥਾ ਸ਼ਿਗਰ ਹੀ ਬਚ ਅਨੁਸਾਰੈ। ਜਿਵੇਂ ਦਾ ਹੁਕਮ ਧੰਨ ਗੁਰੂ ਅਮਰਦਾਸ ਜੀ ਕਰਦੇ ਸਨ, ਸ੍ਰੀ ਰਾਮਦਾਸ ਜੀ ਉਸੇ ਵੇਲੇ ਸਤ ਬਚਨ ਕਹਿ ਕੇ ਗੁਰੂ ਸਾਹਿਬ ਦੇ ਅਨੁਸਾਰ ਹੋ ਕੇ ਉਹ ਸੇਵਾ ਕਰ ਦਿੰਦੇ ਸਨ। ਨਿਸ ਦਿਨ ਇੱਕ ਸੇਵਾ ਕੇ ਤਤਪਰ, ਅਪਰ ਨਹੀਂ ਕਿਮ ਬਾਂਛਾ ਉਰਧਾਰ। ਔਰ ਸ੍ਰੀ ਰਾਮਦਾਸ ਜੀ ਦਿਨ ਰਾਤ ਬਸ ਤਤਪਰ ਰਹਿੰਦੇ ਸਨ ਸਿਰਫ ਸੇਵਾ ਵਾਸਤੇ। ਕਿਸੇ ਵੀ ਤਰ੍ਹਾਂ ਦੇ ਅੰਦਰ ਨਾ ਕੋਈ ਆਸ, ਨਾ ਕੋਈ ਕਾਮਨਾ ਉਹ ਧਰਦੇ ਨਹੀਂ ਸਨ। ਬਸ ਇੱਕੋ ਹੀ ਆਸ ਸੀ ਕਿ ਜਿੰਨੀ ਸੇਵਾ ਹੋ ਸਕੇ ਵੱਧ ਤੋਂ ਵੱਧ ਸੇਵਾ ਕਰੀਏ। ਲੋਕ ਆਣ ਕੋ ਮਾਨੇ ਨਾਹੀ, ਮਾਨ ਬੜਾਈ ਨਹਿ ਜਿਤ ਚਾਹੀ। ਔਰ ਧੰਨ ਗੁਰੂ ਰਾਮਦਾਸ ਜੀ ਨੇ ਤੇ ਲੋਕ ਲਾਜ ਤੇ ਪਹਿਲੋਂ ਛੱਡ ਦਿੱਤੀ ਸੀ। ਲੋਕਾਂ ਦੀ ਪਰਵਾਹ ਨਹੀਂ ਸਨ ਕਰਦੇ ਕਿ ਲੋਕ ਕੀ ਕਹਿਣਗੇ, ਕਿ ਗੁਰੂ ਸਾਹਿਬ ਦਾ ਜਵਾਈ ਹੈ, ਗੁਰੂ ਘਰ ਦੇ ਵਿੱਚ ਟੋਕਰੀਆਂ ਢੋਂਦਾ, ਲੋਕਾਂ ਦੇ ਕਿਹਾ ਹੀ ਸੀ ਆਪ। ਪਰ ਧੰਨ ਸ਼੍ਰੀ ਰਾਮਦਾਸ ਜੀ ਇਹਨਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ, ਮਨ ਵਿੱਚ ਬਿਲਕੁਲ ਚਿੰਤਾ ਜਾਂ ਕਿਸੇ ਤਰ੍ਹਾਂ ਦੀ ਪਰਵਾਹ ਨਹੀਂ ਕਰਦੇ। ਰਹਿ ਨਿਰ ਆਲਸ
ਧੀਰਜ ਧਾਰੀ। ਇੱਕ ਆਲਸ ਹੁੰਦਾ ਤੇ ਇੱਕ ਨਿਰ ਆਲਸ। ਕਿ ਧੰਨ ਗੁਰੂ ਰਾਮਦਾਸ ਜੀ ਬਿਲਕੁਲ ਨਿਰ ਆਲਸ ਲੈਂਦੇ ਨੇ, ਆਲਸ ਦੇ ਨੇੜੇ ਨਹੀਂ ਹੁੰਦਾ। ਕਿਉਂਕਿ ਆਲਸ ਤੇ ਧੰਨ ਗੁਰੂ ਰਾਮਦਾਸ ਜੀ ਨੇ ਆਪਣੇ ਸਿੱਖਾਂ ਨੂੰ ਵੀ ਕਿਹਾ ਵੀ ਆਲਸ ਨਹੀਂ ਕਰਨਾ। ਗੁਰੂ ਕਾ ਸਿੱਖ ਉਹ ਹੀ ਹੈ ਜਿਹੜਾ ਉਦਮ ਕਰੇਗਾ। ਕਿ ਗੁਰ ਸਤਿਗੁਰੂ ਕਾ ਜੋ ਸਿੱਖ ਅਕਾਏ, ਸੋ ਭਲਕੇ ਉਠਾ ਹਰ ਨਾਮ ਤੇ ਆਵੇ। ਉਦਮ ਕਰੇ, ਉਦਮ ਕਰੇ ਭਲਕੇ ਪ੍ਰਭਾਤੀ। ਉਦਮ ਕਰੇ, ਆਲਸ ਨਹੀਂ। ਉਹ ਸਮਾਂ ਵੀ ਐਸਾ ਕਿ ਨੀਂਦ ਬਦੋ ਬਦੀ ਜ਼ੋਰ ਪਾਉਂਦੀ ਹੈ, ਪਰ ਉਦਮ ਕਰਕੇ ਉੱਠਣਾ ਪੈਂਦਾ ਹੈ। ਗੁਰੂ ਕਾ ਸਿੱਖ ਤੇ ਉਹੀ ਹੈ। ਔਰ ਧੰਨ ਗੁਰੂ ਰਾਮਦਾਸ ਜੀ ਆਪ ਵੀ ਬਿਲਕੁਲ ਆਲਸ ਨਹੀਂ ਕਰਦੇ, ਨਿਰ ਆਲਸ ਰਹਿੰਦੇ ਨੇ। ਦੇਗ ਆਦਿ ਕੇ ਕਰਤ ਸੰਭਾਰੀ। ਤੇ ਗੋਬਿੰਦਵਾਲ ਸਾਹਿਬ ਲੰਗਰ ਦੀ ਵੀ ਸੇਵਾ ਸੰਭਾਲਦੇ ਨੇ ਕਿ ਲੰਗਰ ਤਿਆਰ ਕਰਨਾ ਹੈ, ਵਰਤਾਉਣਾ ਹੈ, ਬਣਾਉਣਾ ਹੈ। ਜਿਵੇਂ ਦੀ ਸੇਵਾ ਵੇਖਦੇ ਨੇ ਸਾਰੀ ਕਰਦੇ ਨੇ। ਸਭ ਗੁਰ ਘਰ ਕੋ ਖਰਚ ਚਲਾਵੈ, ਜੋ ਚਾਹੀਏ ਸੋ ਸਗਲ ਪੁਜਾਵੈ। ਧੰਨ ਗੁਰੂ ਰਾਮਦਾਸ ਜੀ ਸਾਰੇ ਘਰ ਦਾ ਖਰਚਾ ਵੀ ਸੰਭਾਲਦੇ ਨੇ। ਜੋ ਚਾਹੀਦਾ ਲੰਗਰ ਵਾਸਤੇ ਕਿਤੇ ਹੋਰ, ਉਹ ਸਾਰਾ ਕੁਝ ਵੀ ਪਹੁੰਚਾਉਂਦੇ ਨੇ। ਸਰਬ ਪ੍ਰਕਾਰ ਕਾਰ ਵਧ ਗਏ, ਨਿਤ ਸਵਧਾਨ ਸੰਭਾਲ ਸੋ ਲਈ। ਕਿਉਂਕਿ ਸਾਰੇ ਤਰ੍ਹਾਂ ਦੀ ਸੇਵਾ ਤਾਂ ਵੱਧ ਗਈ ਸੀ ਨਾ, ਕਿਉਂਕਿ ਸੰਗਤਾਂ ਦੀ ਆਮਦ ਬਹੁਤ ਸੀ। ਸੈਂਕੜੇ ਸਿੱਖ ਸੰਗਤਾਂ ਰੋਜ਼ ਆਉਂਦੀਆਂ ਸਨ ਔਰ ਸੇਵਾ ਲੰਗਰ ਦੇ ਵੀ ਵਧੀ, ਹੋਰ ਸਾਰੀਆਂ ਸੇਵਾਵਾਂ ਵੱਧ ਗਈਆਂ। ਪਰ ਧੰਨ ਸ਼੍ਰੀ ਰਾਮਦਾਸ ਜੀ ਸਾਰੀ ਸੇਵਾ ਚੰਗੀ ਤਰ੍ਹਾਂ ਸੰਭਾਲਦੇ ਨੇ। ਸਤਿਗੁਰ ਮਨ ਅਨੁਸਾਰੀ ਹੋਏ, ਨਿਰਹੰਕਾਰ ਕਾਰ ਕਰ ਸੋਏ। ਧੰਨ ਸ਼੍ਰੀ ਰਾਮਦਾਸ ਜੀ ਗੁਰੂ ਸਾਹਿਬ ਦੇ ਹੁਕਮ ਵਿੱਚ ਹੀ ਰਹਿੰਦੇ ਨੇ, ਉਹਨਾਂ ਦੇ ਹੁਕਮ ਦੇ ਅਨੁਸਾਰ ਹੀ ਰਹਿੰਦੇ ਨੇ। ਔਰ ਜਿੰਨੀ ਸੇਵਾ ਕਰਦੇ ਨੇ ਨਿਰਹੰਕਾਰ ਹੋ ਕੇ ਕਰਦੇ ਨੇ, ਸੇਵਾ ਕਰਕੇ ਮਾਨ ਨਹੀਂ ਕਰਦੇ। ਤਿਮ ਸੇਵਾ ਬਹੁ ਪਿਤ ਕੇ ਠਾਨੀ, ਮਨ ਬਚ ਕਰਮ ਤੇ ਨਿਸ ਦਿਨ ਭਾਨੀ। ਕਹਿੰਦੇ ਉਸੇ ਤਰ੍ਹਾਂ ਹੀ ਬਿਲਕੁਲ ਜਿਵੇਂ ਸ਼੍ਰੀ ਰਾਮਦਾਸ ਜੀ ਸੇਵਾ ਕਰਦੇ ਨੇ, ਉਵੇਂ ਬੀਬੀ ਭਾਨੀ ਜੀ ਨੇ ਸੇਵਾ ਸੰਭਾਲੀ ਹੋਈ ਹੈ। ਮਨ ਕਰਕੇ ਵੀ, ਬਚਨਾਂ ਕਰਕੇ ਵੀ, ਕਰਮਾਂ ਕਰਕੇ। ਕਿ ਬਚਨ ਜਿਹੜਾ ਕੋਈ ਉਹ ਜਿਹੜਾ ਹੈ ਅਣਸੁਣਿਆ ਤੇ ਕਰਨਾ ਹੀ ਨਹੀਂ। ਬਸ ਗੁਰੂ ਸਾਹਿਬ ਦਾ ਬਚਨ ਸੁਣਿਆ, ਉਸੇ ਵੇਲੇ ਸਤ ਬਚਨ ਕਹਿ ਕੇ ਉਹਨੂੰ ਮੰਨਣਾ ਹੈ। ਕਰਮਾਂ ਕਰਕੇ, ਕੰਮ ਕਰਕੇ ਸੇਵਾ ਕਰਦੇ ਨੇ, ਮਨ ਕਰਕੇ ਕਰਦੇ ਨੇ। ਪਿਖ ਦੋਨੋਂ ਕੇ ਦਿਸ ਗੁਰ ਸਾਚੋ, ਲੇਸ਼ ਵਿਕਾਰ ਨਾ ਜਨ ਮਨ ਰਾਚੋ। ਕਹਿੰਦੇ ਸੱਚੇ ਪਾਤਸ਼ਾਹ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਦੋਵਾਂ ਦੀ ਸੇਵਾ ਵੇਖਦੇ ਨੇ, ਬੀਬੀ ਭਾਨੀ ਜੀ ਦੀ ਵੀ, ਸ਼੍ਰੀ ਰਾਮਦਾਸ ਜੀ ਦੀ ਵੀ, ਕਿ ਜਿਨ੍ਹਾਂ ਦੇ ਵਿੱਚ ਲੇਸ਼ ਮਾਤਰ ਵੀ ਕਿਸੇ ਤਰ੍ਹਾਂ ਦਾ ਕੋਈ ਵਿਕਾਰ ਨਹੀਂ, ਨਾ ਹੰਕਾਰ, ਨਾ ਮਾਨ, ਨਾ ਕਿਸੇ ਤਰ੍ਹਾਂ ਦੀ ਕੁਚਾਹਤ। ਹੋਤ ਪ੍ਰਸੰਨ ਚਹਿਸ ਅਦਕਾਈ, ਦੇਜੇ ਅਬਗਾਦੇ ਗੁਰੇ ਆਈ। ਤੇ ਇਹ ਭਾਈ ਰਾਮ ਕੌਰ ਜੀ ਸੁਣਾ ਰਹੇ ਨੇ ਸਿੰਘਾਂ ਨੂੰ ਕਿ ਵੇਖ ਵੇਖ ਕੇ ਧੰਨ ਸ਼੍ਰੀ ਅਮਰਦਾਸ ਮਹਾਰਾਜ ਜੀ ਪ੍ਰਸੰਨ ਹੁੰਦੇ ਨੇ ਕਿ ਇਹ ਗੁਰਿਆਈ, ਇਹ ਵਡਿਆਈ ਤੇ ਸ਼੍ਰੀ ਰਾਮਦਾਸ ਜੀ ਨੂੰ ਹੀ ਦੇਣੀ ਬਣਦੀ ਹੈ। ਇਹਨਾਂ ਦੀ ਸੇਵਾ ਵੇਖ ਵੇਖ ਕੇ ਪ੍ਰਸੰਨ ਹੁੰਦੇ ਨੇ। ਇੱਥੇ ਕਵੀ ਰਾਜ ਨੇ ਇਹ ਅਧਿਆਇ ਖਤਮ ਕੀਤਾ ਹੈ। ਅਗਲਾ ਅਧਿਆਇ ਨੰਬਰ 13 ਇੱਥੋਂ ਸ਼ੁਰੂ ਕਰਦੇ ਹਾਂ, ਫਿਰ ਲਿਖਦੇ ਦੋਹਰਾ ਕਿਤਕ ਦਿਵਸ ਜਬ ਢਿਗ ਰਹੇ, ਸੋਢੇ ਕੁਲ ਸਿਰ ਮੋਰ। ਕਰਿਓ ਹੁਕਮ ਸ੍ਰੀ ਗੁਰ ਅਮਰ, ਕਰੋ ਕਾਰ ਅਬਿਓਰ। ਕਹਿੰਦੇ ਇਸ ਤਰ੍ਹਾਂ ਜਦੋਂ ਕਈ ਦਿਨ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਗੋਬਿੰਦਵਾਲ ਸਾਹਿਬ ਧੰਨ ਗੁਰੂ ਅਮਰਦਾਸ ਜੀ ਦੇ ਕੋਲ ਰਹਿ ਕੇ ਸੇਵਾ ਕਰਦੇ ਰਹੇ। ਇੱਕ ਦਿਨ ਧੰਨ ਗੁਰੂ ਅਮਰਦਾਸ ਜੀ ਨੇ ਫਿਰ ਇਸ ਤਰ੍ਹਾਂ ਹੁਕਮ ਕੀਤਾ ਕਿ ਪੁੱਤਰ ਰਾਮਦਾਸ ਜੀ ਹੁਣ ਹੋਰ ਜਾ ਕੇ ਸਰੋਵਰ ਦੀ ਸੇਵਾ ਹੋਰ ਕਰਾਓ ਜਾ ਕੇ। ਗਮਨੋ ਲਿਓ ਸੁਧ ਗ੍ਰਾਮ ਬਸਾਇਓ, ਜੋ ਨਿਜ ਬਸਬੇ ਸਦਨ ਚਨਾਇਓ। ਕਿ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਰਾਮਦਾਸ ਜੀ ਜਾਓ, ਜਿਹੜਾ ਗੁਰੂ ਦਾ ਚੱਕ ਵਸਾਇਆ ਹੈ, ਰਹਿਣ ਵਾਸਤੇ ਘਰ ਬਣਾਏ ਨੇ, ਜਾ ਕੇ ਉਹਨਾਂ ਦੀ ਖਬਰਸਾਰ ਵੀ ਲਓ। ਜੇ ਕੋਈ ਕੰਮ ਹੋਰ ਰਹਿੰਦਾ ਤੇ ਜਾ ਕੇ ਕਰਵਾਓ। ਜੈ ਪੂਰਬ ਤੁਮ ਸਰਖਣ ਵਾਇਓ, ਚਾਰ ਕੋਣ ਕੋ ਬਿਉਂਤ ਬਣਾਇਓ।
ਔਰ ਨਾਲ ਹੀ ਗੁਰੂ ਸਾਹਿਬ ਜੀ ਨੇ ਇੱਕ ਹੁਕਮ ਹੋਰ ਕੀਤਾ। ਕਹਿੰਦੇ ਜਿੱਥੇ ਪਹਿਲੋਂ ਤੁਸੀਂ ਸਰੋਵਰ ਖੁਦਵਾਇਆ ਹੈ, ਜਿੰਨਾ ਖੋਦਿਆ ਗਿਆ ਹੈ, ਚਾਰੇ ਕੋਣੇ ਚੰਗੀ ਤਰ੍ਹਾਂ ਵੇਖ ਕੇ ਉਹਨੂੰ ਬਰਾਬਰ ਕਰਾਇਓ, ਸੋਹਣਾ ਜਿਹਾ ਬਣਾਇਆ। ਤੇ ਉਹ ਸਰੋਵਰ ਦੀ ਜਦੋਂ ਖੁਦਾਈ ਪੂਰੀ ਹੋ ਗਈ ਤੇ ਸਰੋਵਰ ਦਾ ਨਾਮ ਕੀ ਰੱਖਣਾ ਹੈ? ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਸਾਰੇ ਸੰਤੋਖ ਨਾਮ ਤਿਸ ਰਾਖੋ, ਅਬ ਤਿਸ ਕਰਬੇ ਨਹਿ ਅਭਿਲਾਖੋ। ਕਹਿੰਦੇ ਜਿੰਨਾ ਵੀ ਖੁਦਾਈ ਹੋ ਗਈ ਹੈ, ਜਿੰਨਾ ਖੋਦਿਆ ਗਿਆ ਹੈ, ਚਾਰੇ ਕੋਣੇ ਬਰਾਬਰ ਕਰਕੇ ਇਸ ਸਰੋਵਰ ਦਾ ਨਾਮ ਰੱਖੋ ਸੰਤੋਖ ਸਰ। ਤੇ ਇਸ ਸਰੋਵਰ ਦੇ ਹੋਰ ਪਟਾਈ ਜਾਂ ਇਹਦੇ ਪਕਾਈ ਜਿਹੜੀ ਹੈ, ਚਾਰ ਸਵੇਰੋਂ ਪੱਕਾ ਕਰਨਾ ਹੈ, ਉਹ ਹਜੇ ਰਹਿਣ ਦੇ। ਤਿਸ ਤੇ ਉਰੇ ਨਮ ਥਲ ਜਹਾਂ, ਦੂਸਰ ਤਾੜ ਖਨਾਵੋ ਤਹਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਸੰਤੋਖਸਰ ਸਰੋਵਰ ਦੇ ਉਰਲੇ ਪਾਸੇ ਜਿਹੜੀ ਨੀਵੀਂ ਥਾਂ ਹੈ, ਇੱਥੇ ਇੱਕ ਦੂਜਾ ਸਰੋਵਰ ਹੋਰ ਹੈ, ਉਹਦੀ ਖੁਦਾਈ ਸ਼ੁਰੂ ਕਰਾਓ। ਪਰ ਇਹ ਜਿਹੜਾ ਦੂਸਰਾ ਸਰੋਵਰ ਇਹ ਉਹੀ ਹੈ ਜਿਹਨੂੰ ਅੰਮ੍ਰਿਤ ਸਰੋਵਰ ਕਿਹਾ ਜਾਂਦਾ ਹੈ, ਜਿਹਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਬਾਅਦ ਵਿੱਚ ਬਣਿਆ। ਕਿ ਉਰਲੇ ਪਾਸੇ ਨੀਵੀਂ ਥਾਂ ਹੈ ਔਰ ਗੁਰੂ ਸਾਹਿਬ ਜੀ ਨਿਸ਼ਾਨੀਆਂ ਦੱਸਦੇ ਨੇ ਕਿ ਉੱਥੇ ਜਾ ਕੇ ਦੂਸਰੇ ਸਰੋਵਰ ਦੀ ਖੁਦਾਈ ਸ਼ੁਰੂ ਕਰਾਓ। ਸ੍ਰੀ ਅੰਮ੍ਰਿਤਸਰ ਨਾਮ ਤਰੀਜੈ, ਜਾਏ ਕਿਤੇ ਖਨਾਵਣ ਕੀਜੈ। ਇਹ ਜਿਹੜਾ ਦੂਸਰਾ ਸਰੋਵਰ ਖੋਦਣਾ ਹੈ ਭਈ ਇਹਦਾ ਨਾਮ ਅੰਮ੍ਰਿਤਸਰ ਰੱਖਣਾ ਹੈ, ਸ੍ਰੀ ਅੰਮ੍ਰਿਤਸਰ। ਕਿਉਂਕਿ ਅੰਮ੍ਰਿਤਸਰ ਅਸਲ ਵਿੱਚ ਸ਼ਹਿਰ ਦਾ ਨਾਮ ਨਹੀਂ ਸੀ, ਨਗਰ ਦਾ ਨਾਂ, ਸ਼ਹਿਰ ਦਾ ਨਾਂ ਤੇ ਗੁਰੂ ਦਾ ਚੱਕ ਸੀ। ਅੰਮ੍ਰਿਤ ਸਰੋਵਰ ਕਰਕੇ ਅੰਮ੍ਰਿਤਸਰ, ਸਰ ਕਹਿੰਦੇ ਸਰੋਵਰ ਨੂੰ, ਇਸ ਸਰੋਵਰ ਕਰਕੇ ਸ਼ਹਿਰ ਦਾ ਨਾਮ ਹੀ ਅੰਮ੍ਰਿਤਸਰ ਸਾਹਿਬ ਹੋ ਗਿਆ। ਕਿ ਸਰੋਵਰ ਦੂਸਰਾ ਖੁਦਾਉਣਾ ਹੈ, ਕੁਝ ਕੁ ਖੁਦਾਈ ਕਰਨੀ, ਇਸ ਸਰੋਵਰ ਦਾ ਨਾਮ ਸ੍ਰੀ ਅੰਮ੍ਰਿਤਸਰ ਰੱਖਣਾ ਹੈ। ਸਮੋ ਪਾਏ ਪਾਕੋ ਹੋਏ ਸਾਰੋ, ਪ੍ਰਥਮ ਜਾਏ ਉਤਮ ਉਤਮ ਧਾਰੋ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਸਮਾਂ ਪਾ ਕੇ ਇਹ ਸੰਤੋਖਸਰ ਵੀ ਪੱਕਾ ਹੋ ਜਾਏਗਾ, ਅੰਮ੍ਰਿਤਸਰ ਵਾਲਾ ਸਰੋਵਰ ਵੀ ਪੱਕਾ ਹੋ ਜਾਏਗਾ। ਪਰ ਹਾਲੇ ਤੁਸੀਂ ਜਾ ਕੇ ਪਹਿਲਾਂ ਉਦਮ ਕਰੋ, ਉਹਨੂੰ ਪਟਵਾਓ, ਨਿਸ਼ਾਨਦੇਹੀ ਕਰੋ। ਸੁਣ ਸ੍ਰੀ ਰਾਮਦਾਸ ਤਹਿ ਗਏ, ਸਦਨ ਚਿਨਿਓ ਸੁਧ ਦੇਵਤ ਭਏ। ਧੰਨ ਗੁਰੂ ਅਮਰਦਾਸ ਮਹਾਰਾਜ ਦਾ ਹੁਕਮ ਸੁਣਦਿਆਂ ਨਾਲ ਗੁਰੂ ਰਾਮਦਾਸ ਜੀ ਉਸੇ ਵੇਲੇ ਤਿਆਰ ਹੋਏ, ਗੁਰੂ ਕੇ ਚੱਕ ਪਹੁੰਚੇ। ਜਾ ਕੇ ਜਿਹੜੇ ਘਰ ਬਣਵਾਏ ਸਨ ਉਹਨਾਂ ਸਾਰਿਆਂ ਦੀ ਖਬਰ ਸਰ ਲਈ ਵੀ ਕਿਸੇ ਪਾਸੇ ਕੋਈ ਕਮੀ ਪੇਸ਼ੀ ਹੈ, ਉਹਨੂੰ ਚੰਗੀ ਤਰ੍ਹਾਂ ਹੋਰ ਬਣਾਓ। ਜਿਮ ਜਿਮ ਕਹਿ ਤਿਮ ਤਿਮ ਨਰ ਕਰਿਓ, ਬਸਪੇ ਹੇਤ ਮਨੋਰਥ ਧਰਿਓ। ਔਰ ਉਹਨਾਂ ਘਰਾਂ ਨੂੰ ਵੇਖ ਕੇ ਖਬਰਸਾਰ ਲੈ ਕੇ ਜਿਵੇਂ ਜਿਵੇਂ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਥੋੜ੍ਹਾ ਜਿਹਾ ਇਸ ਪਾਸੋਂ ਇੱਧਰ ਨੂੰ ਕਰ ਦਿਓ, ਇਹ ਦਰਵਾਜ਼ੇ ਲਾ ਦਿਓ, ਖਿੜਕੀਆਂ ਲਾ ਦਿਓ। ਗੁਰੂ ਸਾਹਿਬ ਦਾ ਹੁਕਮ ਸੁਣ ਸੁਣ ਕੇ ਉਵੇਂ ਤਰ੍ਹਾਂ ਜਿਹੜੇ ਕਾਰੀਗਰ ਸਨ ਉਹ ਕਰਦੇ ਗਏ। ਏਕ ਨਿਸ਼ਾ ਬਸ ਕਰ ਉਠ ਪਹੋਰ, ਕਰ ਇਸ਼ਨਾਨ ਗਏ ਪੂਰਬ ਔਰ। ਧੰਨ ਗੁਰੂ ਰਾਮਦਾਸ ਜੀ ਇੱਕ ਦਿਨ ਉਹਨਾਂ ਘਰਾਂ ਦੇ ਵਿੱਚ ਫਿਰ ਜਾ ਕੇ ਰਾਤ ਵਸੇ, ਇੱਕ ਰਾਤ ਬਤੀਤ ਕੀਤੀ ਗੁਰੂ ਕੇ ਚੱਕ। ਅਗਲੇ ਦਿਨ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੇ ਉੱਠੇ, ਸੂਰਜ ਇਸ਼ਨਾਨ ਕੀਤਾ, ਆਪਣੇ ਨੇਮ ਨੂੰ ਨਿਭਾਇਆ। ਜਦੋਂ ਦਿਨ ਦਾ ਚੜਾ ਚੜਿਆ ਤੇ ਗੁਰੂ ਸਾਹਿਬ ਦਾ ਜਿਹੜਾ ਹੁਕਮ ਉਸ ਤੋਂ ਪੂਰਬ ਵਾਲੇ ਪਾਸੇ ਜਾਣਾ ਹੈ, ਅਗਲੇ ਸਰੋਵਰ ਦੀ ਨਿਸ਼ਾਨਦੇਹੀ ਕਰਨੀ ਹੈ, ਉਧਰ ਨੂੰ ਗਏ ਨੇ। ਬ੍ਰਿਧ ਕੋ ਸੰਗ ਲੈ ਚਲੇ ਆਏ, ਸਤਿਗੁਰ ਜਿਸ ਦਿਸ ਪਤੇ ਬਤਾਏ। ਕਹਿੰਦੇ ਧੰਨ ਗੁਰੂ ਰਾਮਦਾਸ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਲਿਆ ਹੈ ਔਰ ਉਸ ਪਾਸੇ ਪੂਰਬ ਵਾਲੇ ਪਾਸੇ ਆਏ ਜਿੱਥੇ ਗੁਰੂ ਅਮਰਦਾਸ ਜੀ ਨੇ ਨਿਸ਼ਾਨੀਆਂ ਪਤੇ ਦੱਸੇ ਸਨ। ਬਹੁ ਬਦਰੇ ਤਲ ਵਿਆਪਤ ਹੇਰਾ, ਅਹ ਨਮਰ ਜਲ ਥਿਰੇ ਕਨੇਰਾ। ਤੇ ਨਿਸ਼ਾਨੀਆਂ ਸਨ ਬਹੁਤ ਸਾਰੀਆਂ, ਉੱਥੇ ਬੇਰਾਂ ਦੀਆਂ ਝਾੜੀਆਂ ਨੇ, ਬਹੁਤ ਸਾਰਾ ਉੱਥੇ ਨੀਵੀਂ ਥਾਂ ਹੋਣ ਕਰਕੇ ਪਾਣੀ ਵੀ ਹੋਵੇਗਾ, ਕਿਉਂਕਿ ਪਾਣੀ ਦੀ ਢਾਬ ਸੀ ਨਾ, ਪਾਣੀ ਉੱਥੇ ਖਲੋਂਦਾ ਸੀ। ਔਰ ਇਹ ਉਹੀ ਥਾਂ ਹੈ ਜਿੱਥੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਪਹਿਲੋਂ ਚਰਨ ਪਾਏ ਨੇ। ਇਸੇ ਥਾਂ 'ਤੇ ਪਹਿਲੀ ਵਾਰੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ
ਭਾਈ ਮਰਦਾਨਾ ਜੀ ਨੂੰ ਕਹਿ ਕੇ ਇਸੇ ਵਿੱਚੋਂ ਪਾਣੀ ਲੈ ਕੇ ਦੇਗ ਬਣਾਈ ਸੀ, ਕੜਾ ਪ੍ਰਸ਼ਾਦ ਤੇ। ਇਹ ਉਹੀ ਸਰੋਵਰ ਹੈ ਜਿੱਥੇ ਬੀਬੀ ਰਜਨੀ ਦੇ ਪਤੀ ਨੇ ਇਸ਼ਨਾਨ ਕੀਤਾ ਤੇ ਪਿੰਗਲੇ ਦਾ ਕੋੜ ਦੂਰ ਹੋਇਆ ਸੀ। ਉਹ ਕਥਾ ਅੱਗੇ ਜਾ ਕੇ ਆਵੇਗੀ। ਇਹ ਨਿਸ਼ਾਨੀਆਂ ਦੱਸੀਆਂ ਗਈਆਂ। ਇਹਤੇ ਉੱਤ ਫਿਰ ਕਰ ਨਿਸ਼ਚੈ ਕੀਨਾ, ਪਤਾ ਦੇਣ ਸੋ ਨੀਕੇ ਚੀਨਾ। ਨਿਸ਼ਾਨੀਆਂ ਵੇਖ ਲਈਆਂ ਕਿ ਉਹ ਬੇਰੀਆਂ ਵੀ ਨੇ, ਉਹ ਢਾਬ ਵੀ ਹੈ, ਪਾਣੀ ਵੀ ਬਹੁਤ ਸਾਰਾ ਖੜਾ ਹੈ। ਪਰ ਫਿਰ ਵੀ ਬਾਬਾ ਬੁੱਢਾ ਸਾਹਿਬ ਜੀ ਨੇ, ਧੰਨ ਗੁਰੂ ਰਾਮਦਾਸ ਜੀ ਨੇ ਕਈ ਵਾਰੀ 4 ਸਫੇਰੇ ਫਿਰ ਕੇ ਪੂਰਾ ਨਿਸ਼ਚਾ ਕੀਤਾ ਕਿ ਥਾਂ ਇਹੀ ਹੈ, ਇੰਨੀ ਥਾਂ ਹੈ ਜਿੱਥੇ ਸਰੋਵਰ ਬਣਾਉਣਾ ਹੈ। ਬ੍ਰਿਤ ਕੇ ਸੰਮਤ ਹੋਏ ਸੋ ਟੋਰਾ, ਸੋ ਥਾਲੇ ਭਿਗਤ ਰਹੇ ਚਹੁ ਔਰਾ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ 4 ਸਫੇਰੇ ਕਈ ਚੱਕਰ ਲਾਏਗੀ ਕਿ ਚੰਗੀ ਤਰ੍ਹਾਂ ਨਿਸ਼ਾਨਦੇਹੀ ਕਰਨੀ, ਚੰਗੀ ਤਰ੍ਹਾਂ ਦੇਖਣਾ ਕਿ ਇਹ ਉਹੀ ਥਾਂ ਹੈ ਜਿੱਥੇ ਧੰਨ ਗੁਰੂ ਅਮਰਦਾਸ ਜੀ ਨੇ ਪਤੇ ਦੱਸੇ ਨੇ, ਨਿਸ਼ਾਨੀਆਂ ਦੱਸੀਆਂ ਨੇ। ਬਾਰ ਨਿਸ਼ਚੈ ਕਰ ਆਛੇ, ਗੁਰਬਾਰ ਤੇ ਸਿਰਜਣ ਸਰਬੰਛੇ। ਕਹਿੰਦੇ ਬਾਰ ਨਿਸ਼ਾਨੀਆਂ ਲਾ ਕੇ ਪੂਰੀ ਤਰ੍ਹਾਂ ਨਿਸ਼ਚਾ ਕਰ ਲਿਆ ਕਿ ਹਾਂ ਹੁਣ ਨਿਸ਼ਾਨੀਆਂ ਠੀਕ ਲੱਗ ਗਈਆਂ ਨੇ। ਗੁਰਬਾਰ ਤੇ ਸਿਰਜਣ ਸਰ ਬਖਸ਼ੇ, ਤੇ ਗੁਰੂ ਦੇ ਬਚਨਾਂ ਸਦਕਾ, ਗੁਰੂ ਦੀ ਕਿਰਪਾ ਦੇ ਨਾਲ ਹੁਣ ਜਿਹੜਾ ਸਰੋਵਰ ਪੱਟਣਾ ਹੈ, ਸਰੋਵਰ ਦੀ ਖੁਦਾਈ ਕਰਨੀ ਹੈ, ਉਹ ਪੂਰੀ ਤਿਆਰੀ ਕਰ ਲਈ ਕੇ ਕਰੇ ਠੀਕ। ਤਿਸ ਦਿਨ ਫਿਰ ਸਾਰੇ ਤਰੇ ਚਿੰਨ ਕਛ ਗ੍ਰਾਮ ਪਧਾਰੇ। ਉਹ ਸਾਰਾ ਦਿਨ ਤੇ ਲੱਗਿਆ ਜੀ ਨਿਸ਼ਾਨਦੇਹੀ ਕਰਨ ਤੇ। ਕਈ ਵਾਰੀ ਫਿਰੇ ਘੁੰਮੇ, 4 ਕੋਣਿਆਂ ਤੇ ਨਿਸ਼ਾਨੀਆਂ ਲਾ ਦਿੱਤੀਆਂ। ਉੱਥੇ ਕੁਝ ਜਿਹੜੇ ਮੋੜੇ ਗੜ ਦਿੱਤੇ ਗਏ ਕਿ ਨਿਸ਼ਾਨੀਆਂ ਲੱਗ ਗਈਆਂ। ਇਹ ਚਿੰਨ੍ਹ ਕਰਕੇ, ਨਿਸ਼ਾਨਦੇਹੀ ਕਰਕੇ ਸ਼ਾਮ ਨੂੰ ਵਾਪਸ ਗੁਰੂ ਕੇ ਚੱਕ ਆਏ। ਪਠੇ ਸਿੱਖ ਲੈ ਪੈ ਮਿਸ਼ਟਾਨ, ਹਰ ਮਜੂਰ ਗਣ ਲੈਣ ਮਹਾਨ। ਗੁਰੂ ਕੇ ਚੱਕ ਆ ਕੇ ਸ਼ਾਮ ਹੋਣ ਤੋਂ ਪਹਿਲੋਂ ਕੁਝ ਸਿੱਖਾਂ ਨੂੰ ਭੇਜਿਆ ਕਿ ਜਾਓ ਭਾਈ ਮਿਸ਼ਟਾਨ ਪ੍ਰਸ਼ਾਦ, ਮਠਿਆਈਆਂ ਬਣੀਆਂ ਕਿਤੋਂ ਲੈ ਕੇ, ਔਰ ਬਹੁਤ ਸਾਰੀਆਂ ਲੈ ਕੇ ਆਉਣੀਆਂ। ਕਈਆਂ ਸਿੱਖਾਂ ਨੂੰ ਭੇਜਿਆ ਕਿ ਜਾਓ ਭਾਈ ਜਿੱਥੋਂ ਮਜ਼ਦੂਰ ਮਿਲਦੇ ਨੇ, ਜਿੰਨੇ ਮਿਲਦੇ ਨੇ ਉਹਨਾਂ ਸਾਰਿਆਂ ਨੂੰ ਲੈ ਕੇ ਆਓ ਕਿ ਸਵੇਰੇ ਦੂਸਰੇ ਸਰੋਵਰ ਦੀ ਜਿਹੜੀ ਹੈ ਉਹ ਪਟਾਈ ਸ਼ੁਰੂ ਕਰਨੀ ਹੈ। ਭਈ ਪ੍ਰਭਾਤ ਕਿਰਿਆ ਕਰ ਭਲੇ, ਲੈ ਨਰ ਟੋਲ ਤਿਸੇ ਦਿਸ ਚੱਲੇ। ਅੰਮ੍ਰਿਤ ਵੇਲਾ ਹੋਇਆ, ਨਿੱਤ ਦੀ ਤਰ੍ਹਾਂ ਪਹਿਰ ਰਾਤ ਉੱਠ ਕੇ ਇਸ਼ਨਾਨ ਪਾਣੀ ਕੀਤਾ, ਨੇਮ ਨੂੰ ਨਿਭਾਇਆ। ਔਰ ਜਦੋਂ ਹੀ ਥੋੜ੍ਹਾ ਜਿਹਾ ਦਿਨ ਦਾ ਚੜਾ ਚੜਿਆ, ਲੈ ਨਰ ਟੋਲ ਤਿਸੇ ਦਿਸ ਚੱਲੇ। ਸਾਰੇ ਜਿਹੜੇ ਮਨੁੱਖ ਆਏ ਸਨ, ਮਜ਼ਦੂਰ ਆਏ ਸਨ, ਉਹਨਾਂ ਨੂੰ ਨਾਲ ਲਿਆ ਤੇ ਉਸ ਪਾਸੇ ਨੂੰ ਚੱਲੇ ਜਿੱਥੇ ਨਿਸ਼ਾਨੀਆਂ ਲਾਈਆਂ। ਸ੍ਰੀ ਨਾਨਕ ਆਦਿਕ ਲੈ ਨਾਏ, ਕਰ ਅਰਦਾਸ ਸੀਸ ਨਹਿਰਾਏ। ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਉੱਥੇ ਆਪ ਅਰਦਾਸ ਕੀਤੀ। ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਕਿਰਪਾ ਕਰਿਓ, ਤੁਹਾਡੀ ਕਿਰਪਾ ਦੇ ਸਦਕਾ ਇਸ ਸਰੋਵਰ ਦੀ ਪਟਾਈ ਸ਼ੁਰੂ ਕਰਨੀ ਹੈ, ਆਗਿਆ ਬਖਸ਼ੋ। ਇੰਨੀ ਕੋਈ ਅਰਦਾਸ ਹੁੰਦੀ ਸੀ। ਇਹ ਅਰਦਾਸ ਕੀਤੇ ਕਿ ਸੀਸ ਨਵਾਇਆ। ਬ੍ਰਿਧ ਬਚਤੇ ਲੇਖਨ ਨੀ, ਹਾਥ ਟਕ ਲਾਇਸ ਚਿਤਵਤ ਗੁਰਨਾਥ। ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜੀ ਕਈ ਹੱਥ ਵਿੱਚ ਫੜੀ ਸੀ, ਇਹ ਕਈ ਧੰਨ ਗੁਰੂ ਰਾਮਦਾਸ ਜੀ ਨੂੰ ਪਕੜਾਈ। ਔਰ ਕਹਿੰਦੇ ਨੇ ਕਿ ਰਾਮਦਾਸ ਜੀ ਟੱਕ ਲਾਓ। ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਆਪਣੇ ਹੱਥਾਂ ਦੇ ਨਾਲ ਇਸ ਅੰਮ੍ਰਿਤ ਸਰੋਵਰ ਦਾ, ਅੰਮ੍ਰਿਤਸਰ ਜਿਹਨੂੰ ਕਹਿੰਦੇ ਨੇ, ਇਹਦਾ ਟੱਕ ਗੁਰੂ ਰਾਮਦਾਸ ਜੀ ਨੇ ਲਾਇਆ। ਸਭ ਮੈਂ ਬਾਂਟ ਦਿਓ ਮਿਸ਼ਟਾਨ, ਲੱਗੇ ਖਰਨ ਸਗਰੇ ਤਿਸ ਥਾਨ। ਜਦੋਂ ਕਈ ਦਾ ਟੱਪ ਲਾ ਦਿੱਤਾ ਗਿਆ, ਫਿਰ ਜਿਹੜਾ ਮਿਸ਼ਟਾਨ ਪ੍ਰਸਾਦ ਸੀ, ਅਰਦਾਸ ਹੋ ਚੁੱਕੀ ਸੀ, ਉਹ ਸਾਰਾ ਪ੍ਰਸ਼ਾਦ ਸਾਰੇ ਸਿੱਖਾਂ ਦੇ ਵਿੱਚ ਵਰਤਾ ਦਿੱਤਾ ਗਿਆ, ਮਜ਼ਦੂਰਾਂ ਵਿੱਚ ਵਰਤਾਇਆ। ਸਰੋਵਰ ਦੀ ਜਿਹੜੀ ਪਟਾਈ ਹੈ ਉਹ ਸ਼ੁਰੂ ਹੋ ਗਈ।
केतक सिर धार वहर गिरावै, केतक खण खण तिनों उचावै। उस तरह की पटाई शुरू हुई। कोई सिर ते चुक के लैके जा रहा है, कोई टोकरा खाली करके वापस आ रहा है, कोई कईयां दे नाल पट रहा है, कोई भर रहा है। सिख अनेक मेहनते घणे, करतकार गुर शरदा सने। जिथे गुरु के सिख संगतां बेअंती सन, उत्थे अणगिणते जिहड़े ने मजदूर भी सन। जिन्ने पिंडां नूं मिले, जिथों मिले सारे आके लगे सन, और सारे श्रद्धा दे नाल काम कर रहे ने। भावें सेवा कर रहे ने सिख ते भावें मजदूर ने, उन्हां अंदर भी श्रद्धा है कि भावें दिहाड़ी लैनी है, पता कि 2 टके शाम नूं लैके जाने ने, पर फिर भी अंदर श्रद्धा भावना सी कि है तो गुरु की सेवा। जह दुख भंजन बदरे खरे, तहते खड़े सो आयस करे। हुण जिहड़ी पटाई शुरू की, जिथे अज दुख भंजनी साहिब बेरी है, बाबा बुढ़ा साहिब जी कहते हैं कि इस थां तो पटना शुरू करो, इत्थों पटो। धन गुरु रामदास जी ने सारे को आग्या की कि इस पासों पटना शुरू करो। आप निकट बैठे बच कहें, मृतका वहर गिरावत लह। धन गुरु रामदास सच्चे पातशाह जी आप उत्थे कोल बैठते हैं। कई बार गुरु गुरु जपते हैं, हल्लाशेरी देंदे ने, गुरु गुरु करते कार सेवा करा रहे हैं, और जिहड़े सिख ने मजदूर ने वो चुक चुक के मिट्टी बाहर सुटते हैं। इसी प्रकार खणत दिन सारे, भीषम दे आदिस ग्राम पधारे। कहते इस तरह सारा दिन कार सेवा हुई, पटाई होती रही, शाम तक सेवा चली। शाम टाइम ते सतगुरु जी बाबा बुढ़ा साहिब जी उतों वापस फिर गुरु के चक आए। होत प्रात सब को संग लैके, कार करावत तहाँ रह के। अगले दिन फिर उस तरह जो दिन चढ़ता सी, सारे नाल लैके, सिखां नाल लैके बाबा बुढ़ा जी गुरु रामदास जी जाते सन। उस तरह सारा दिन कदे सेवा आप करते सन, कदे उस स्थान पर बैठ के कराते सन, कदे बाबा बुढ़ा जी बैठते सन कि नाले गुरु गुरु जपो नाले सेवा करो। कितक मास इमकीन खनावन, मृतका अधिक करे निष्कावन। क्योंकि सरोवर आप सब ने दर्शन किए ने, इशनान किए ने, कोई छोटा नहीं सी, बहुत वड्डा सी। कई महीने लगातार उस सरोवर नूं पुट्टण की जिहड़ी सेवा चलती रही, क्योंकि हत्थां नाल कई इन्हां ने पट्टिया ना सारा। गुरता देन समो तबे आवा, श्री गुरु अमर इनहूं बलवावा। ते भाई राम कोर जी सुणाउंदे ने कि उधरों धन गुरु अमरदास जी ने विचार किए, हुण गुरता गद्दी देने का समा आ गया। गुरु साहब ने जो ज्योति जोत समाना सी, कहते धन गुरु रामदास जी को उत्थे पहलों सुनेहा भेजा कि हुण भाई आ जाओ, इधर को आओ। दुख भंजन बदरे तार तेर, टोवा भयो कुछ गंभीर। ते जिहड़ी दुख भंजनी बेरी है, इस थां ते पटाई शुरू की थी, इत्थे कुछ टोया बहुता डूंगा पै गया, और सारे पासे ते पटाई नहीं हुई। इधरों शुरू हुई सी, कुछ को पटाई हुई कई महीनों से। सुनकार हुक्म तथा तज गए, गोविंद वाल पहुँचते भए। ते जदों ही धन गुरु अमरदास जी का हुक्म आया, और गुरु रामदास जी को पता लग गया कि गुरु साहब का हुक्म है, उन्होंने बुलाया है। कहते उदों उस वेले फिर जिन्नी पटाई हुई उन्होंने विचे छड्ड के धन गुरु रामदास महाराज जी गोविंदवाल साहब आ गए। तो अगे जिमें फिर प्रसंग चलना है वो आप कल विचारेंगे समय के मुताबिक। इतनी बेनती प्रवान करनी जो हुई फुटां दी खिमा। आओ 1-2 मिनट होर रसना दे नाल हाजरी लवाई, फिर समाप्ति है जी। वाहिगुरू वाहिगुरू।